हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਿਕਸ ਜੀਕੇ ਕੁਐਸਚਨ ਦੀ ਕਲਾਸ ਹੈ ਜਿਹੜੀ ਆਪਾਂ ਨੇ ਸਟਾਰਟ ਕਰੀ ਹੋਈ ਹੈ। ਭਾਗ 8 ਲੈ ਕੇ ਆਏ ਆ ਜੋ ਵੀ ਪੰਜਾਬ ਦੇ ਵਿੱਚ ਹੋਣ ਵਾਲੇ ਪੇਪਰ ਨੇ, ਜਿਹਦੇ ਵਿੱਚ ਪੋਲਿਟੀ, ਸਾਇੰਸ, ਹਿਸਟਰੀ, ਜੋਗਰਾਫੀ ਦੇ ਸਾਰੇ ਇਹਦੇ ਵਿੱਚ ਜਿਹੜੇ ਕੁਐਸਚਨ ਜਿਹੜੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। MCQ ਪ੍ਰਸ਼ਨ ਉੱਤਰ ਨੇ ਅਤੇ ਫੁੱਲ ਐਕਸਪਲੇਨ ਹੈ ਜਿਹੜੇ ਉਹ ਕੀਤੇ ਜਾਣਗੇ। ਸੋ ਟਾਰਗੇਟ ਪੰਜਾਬ ਐਗਜ਼ਾਮ ਜਿਹੜੇ ਰੱਖੇ ਗਏ ਆ। ਸੋ ਸਟਾਰਟ ਕਰਦੇ ਹਾਂ ਜੀ। ਤਾਂ ਪ੍ਰਸ਼ਨ ਨੰਬਰ 109 ਤੋਂ ਸਟਾਰਟ ਕਰਾਂਗੇ। ਭਾਰਤ ਦਾ ਪਹਿਲਾ ਉਪਗ੍ਰਹਿ ਕਿਹੜਾ ਸੀ? ਆਰੀਆਭੱਟ, ਭਾਸਕਰ 1, ਅਪੋਲੋ 1 ਜਾਂ ਮਾਰਸ? ਤਾਂ ਭਾਰਤ ਦਾ ਜਿਹੜਾ ਪਹਿਲਾ ਉਪਗ੍ਰਹਿ ਸੀਗਾ ਉਹ ਆਰੀਆਭੱਟ ਸੀਗਾ। ਅਕਸਰ ਇਹ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਇਹਦੀ ਪੂਰੀ ਡਿਟੇਲ ਸੀ ਜਿਹੜੀ 19 ਅਪ੍ਰੈਲ 1975 ਈਸਵੀ ਨੂੰ ਰੂਸ ਤੋਂ ਸੀ ਜਿਹੜਾ ਆਰੀਆਭੱਟ ਨਾਮਕ ਪਹਿਲਾ ਭਾਰਤ ਦਾ ਉਪਗ੍ਰਹਿ ਸੀ ਜਿਹੜਾ ਛੱਡਿਆ ਗਿਆ ਦੀ। ਇਹਦਾ ਜਿਹੜਾ ਨਿਰਮਾਣ ਸੀਗਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਦੁਆਰਾ ਕੀਤਾ ਗਿਆ ਸੀ ਅਤੇ ਇਸਰੋ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਬੈਂਗਲੌਰ ਦੇ ਵਿੱਚ ਹੈ। ਸੋ ਇਹਦੇ ਦਫ਼ਤਰ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ। ਤਾਂ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਇਸਰੋ ਦੀ, ISRO ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਤਾਂ ਸ਼ਾਰਟ ਦੇ ਵਿੱਚ ਇਹਨੂੰ ਇਸਰੋ ਹੈ ਜਿਹੜਾ ਕਿਹਾ ਜਾਂਦਾ ਹੈ ਅਤੇ ਇਹਦਾ ਦਫ਼ਤਰ ਹੈ ਬੈਂਗਲੌਰ ਦੇ ਵਿੱਚ ਹੈ। ਅਤੇ ਪੁਲਾੜ ਦੇ ਵਿੱਚ ਸਭ ਤੋਂ ਪਹਿਲਾਂ ਲਾਈਕਨ ਨਾਂ ਦੀ ਕੁੱਤੀ ਹੈ ਜਿਹੜੀ ਭੇਜੀ ਗਈ ਸੀ ਅਤੇ ਪੰਜਾਬ ਤੋਂ ਰਾਕੇਸ਼ ਸ਼ਰਮਾ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਸੀ। ਸੋ ਪਹਿਲਾ ਭਾਰਤੀ ਅਕਸਰ ਪੁੱਛਿਆ ਜਾਂਦਾ ਹੈ ਕਿ ਕੌਣ ਸੀ ਜੋ ਪੁਲਾੜ ਦੇ ਵਿੱਚ ਗਿਆ ਸੀ। ਤਾਂ ਰਾਕੇਸ਼ ਸ਼ਰਮਾ ਸੀਗਾ 1984 ਦੇ ਵਿੱਚ। ਅਤੇ ਪੁਲਾੜ ਦੇ ਵਿੱਚ ਤੈਰਨ ਵਾਲਾ ਪਹਿਲਾ ਵਿਅਕਤੀ ਪੁੱਛ ਲਿਆ ਜਾਵੇ ਤਾਂ ਐਲੈਕਸੀ ਨਿਓਨਾਰ ਸੀਗਾ ਜੋ ਰੂਸ ਦਾ ਸੀ। ਸੋ ਤੈਰਨ ਵਾਲਾ ਅਤੇ ਪੁਲਾੜ ਵਿੱਚ ਜਾਣ ਵਾਲਾ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ। ਬਾਕੀ ਆਰੀਆਭੱਟ ਉਪਗ੍ਰਹਿ ਦੀ ਡੇਟ ਪੁੱਛੀ ਜਾ ਸਕਦੀ ਹੈ 19 ਅਪ੍ਰੈਲ 1975 ਈਸਵੀ ਦੇ ਵਿੱਚ ਰੂਸ ਤੋਂ ਸੀ ਜਿਹੜਾ ਆਰੀਆਭੱਟ ਨਾਮਕ ਭਾਰਤ ਦਾ ਪਹਿਲਾ ਉਪਗ੍ਰਹਿ ਸੀ ਜਿਹੜਾ ਉਹ ਛੱਡਿਆ ਗਿਆ ਸੀ। ਸੋ ਭਾਰਤ ਦਾ ਪਹਿਲਾ ਉਪਗ੍ਰਹਿ ਸੀ ਜਿਹੜਾ ਆਰੀਆਭੱਟ ਸੀਗਾ। ਅਗਲਾ ਪ੍ਰਸ਼ਨ ਹੈ ਸਾਲ, ਸਾਗਵਾਨ ਤੇ ਬਾਂਸ ਇਹਨਾਂ ਦੇ ਰੁੱਖ ਨੇ ਕਿੱਥੇ ਪਾਏ ਜਾਂਦੇ ਨੇ? ਪਰਬਤੀ ਬਨਸਪਤੀ, ਜਵਾਰੀ ਬਨਸਪਤੀ, ਊਸ਼ਣ ਪਤਝੜੀ ਬਨਸਪਤੀ ਜਾਂ ਊਸ਼ਣ ਸਦਾਬਹਾਰ ਬਨਸਪਤੀ ਦੇ ਵਿੱਚ? ਤਾਂ ਸਾਲ, ਸਾਗਵਾਨ ਅਤੇ ਬਾਂਸ ਦੇ ਜਿਹੜੇ ਰੁੱਖ ਹੈ ਉਹ ਆਪਸ਼ਨ ਈਡੀ ਊਸ਼ਣ ਪਤਝੜੀ ਬਨਸਪਤੀ ਦੇ ਵਿੱਚ ਪਾਏ ਜਾਂਦੇ ਹੈ। ਇਹ ਰੁੱਖਾਂ ਦੇ ਨਾਮ ਨੇ, ਸਾਲ ਦਾ ਰੁੱਖ ਹੋ ਗਿਆ, ਸਾਗਵਾਨ ਹੋ ਗਿਆ ਤੇ ਬਾਂਸ ਦਾ। ਤਾਂ ਊਸ਼ਣ ਸਦਾਬਹਾਰ ਬਨਸਪਤੀ ਜਾਂ ਊਸ਼ਣ ਪਤਝੜੀ ਬਨਸਪਤੀ ਦੇ ਵਿੱਚ ਹੈ ਜਿਹੜੇ ਇਹ ਰੁੱਖ ਨੇ ਜਿਹੜੇ ਪਾਏ ਜਾਂਦੇ ਨੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਚੰਦਰਮਾ ਤੇ ਭਾਰਤ ਦਾ ਪਹਿਲਾ ਮਿਸ਼ਨ ਅਭਿਆਨ ਸੀ ਜਿਹੜਾ ਉਹ ਕਦੋਂ ਭੇਜਿਆ ਗਿਆ ਸੀ? ਕਿਹੜੇ ਈਅਰ ਦੇ ਵਿੱਚ ਭੇਜਿਆ ਗਿਆ ਸੀਗਾ? 2008, 2010, 2005 ਜਾਂ ਫਿਰ 1999 ਦੇ ਵਿੱਚ? ਤਾਂ ਚੰਦਰਮਾ ਤੇ ਭਾਰਤ ਦਾ ਪਹਿਲਾ ਮਿਸ਼ਨ ਅਭਿਆਨ ਸੀ ਜਿਹੜਾ ਉਹ 2008 ਦੇ ਵਿੱਚ ਭੇਜਿਆ ਗਿਆ ਸੀ। ਭਾਰਤ ਨੇ ਜਿਹੜੀ ਰੂਸ ਦੀ ਮਦਦ ਨਾਲ ਚੰਦਰਯਾਨ 2 2015 ਦੇ ਵਿੱਚ ਭੇਜਣ ਦਾ ਫੈਸਲਾ ਕੀਤਾ ਸੀ ਅਤੇ ਪਹਿਲਾ ਮਿਸ਼ਨ ਅਭਿਆਨ ਸੀ ਜਿਹੜਾ 2008 ਦੇ ਵਿੱਚ ਚੰਦਰਮਾ 'ਤੇ ਭੇਜਿਆ ਗਿਆ ਸੀ। ਤਾਂ ਈਅਰ 2008 ਹੈ। ਸੋ ਕਈ ਵਾਰ ਕਿਹਦੀ ਮਦਦ ਨਾਲ ਪੁੱਛ ਲਿਆ ਜਾਂਦਾ ਹੈ। ਚੰਦਰਯਾਨ 2 ਭੇਜਿਆ ਸੀ ਤਾਂ ਚੰਦਰਯਾਨ 2 ਸੀ ਜਿਹੜਾ ਇਹ 2015 ਦੇ ਵਿੱਚ ਭੇਜਿਆ ਗਿਆ ਸੀ ਰੂਸ ਦੀ ਮਦਦ ਨਾਲ। ਤਾਂ ਆਪਸ਼ਨ ਉਹਦਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ ਮੈਕਮੋਹਨ ਰੇਖਾ ਕਿਹਨਾਂ ਨੂੰ ਜੋੜਦੀ ਹੈ? ਕਿਹੜੇ ਦੇਸ਼ਾਂ ਨੂੰ ਹੈ ਜਿਹੜਾ ਜੋੜਦੀ ਹੈ? ਸੋ ਰੇਖਾਵਾਂ ਤੇ ਅਕਸਰ ਕੁਐਸਚਨ ਪੁੱਛ ਲਏ ਜਾਂਦੇ ਹੈ। ਭਾਰਤ ਤੇ ਨੇਪਾਲ ਨੂੰ, ਪਾਕਿਸਤਾਨ ਤੇ ਭਾਰਤ ਨੂੰ, ਭਾਰਤ ਤੇ ਚੀਨ ਨੂੰ ਜਾਂ ਬੰਗਲਾਦੇਸ਼ ਤੇ ਭਾਰਤ ਨੂੰ? ਤਾਂ ਮੈਕਮੋਹਨ ਰੇਖਾ ਜਿਹੜੀ ਉਹ ਭਾਰਤ ਅਤੇ ਚੀਨ ਨੂੰ ਜੋੜਦੀ ਹੈ ਆਪਸ ਦੇ ਵਿੱਚ, ਇਹਨਾਂ ਦੋ ਦੇਸ਼ਾਂ ਨੂੰ ਜੋੜਦੀ ਹੈ। ਬ੍ਰਿਟਿਸ਼ ਭਾਰਤ ਅਤੇ ਚੀਨ ਵਿਚਕਾਰ 1914 ਈਸਵੀ ਦੇ ਵਿੱਚ ਸ਼ਿਮਲਾ ਸਮਝੌਤੇ ਤਹਿਤ ਦੋਨੋਂ ਦੇਸ਼ਾਂ ਦੇ ਵਿਚਕਾਰ ਅੰਤਰਰਾਸ਼ਟਰੀ ਸੀਮਾ ਸੀ ਜਿਹੜੀ ਹੋਂਦ ਵਿੱਚ ਆਈ ਸੀ। ਭਾਰਤ ਤੇ ਪਾਕਿਸਤਾਨ ਵਿਚਕਾਰ ਪੁੱਛ ਲਿਆ ਜਾਂਦਾ ਹੈ। ਤਾਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਰੈੱਡ ਕਲਿਫ ਰੇਖਾ ਹੈ ਜਿਹੜੀ 16 ਅਗਸਤ 1947 ਤੋਂ ਬਾਅਦ ਜਿਹੜੀ ਮੰਨੀ ਗਈ ਸੀ। ਇਸ ਤੋਂ ਬਾਅਦ ਜਿਹੜੀ ਡੁਰੰਡ ਰੇਖਾ ਹੈਗੀ
ਇਹਦੀ ਸਥਾਪਨਾ 1893 ਵਿੱਚ ਕੀਤੀ ਗਈ। ਇਹ 1947 ਤੋਂ ਪਹਿਲਾਂ ਭਾਰਤ ਤੇ ਅਫਗਾਨਿਸਤਾਨ ਦੇ ਵਿਚਕਾਰ ਸੀ। ਫਿਰ ਮੈਗੀਨੈਟ ਰੇਖਾ ਆਉਂਦੀ ਹੈ, ਫਰਾਂਸ ਤੇ ਜਰਮਨੀ ਦੇ ਵਿਚਕਾਰ ਆਉਂਦੀ ਹੈ। ਫਿਰ 49ਵੀਂ ਸਮਾਨਾਂਤਰ ਰੇਖਾ ਆਉਂਦੀ ਹੈ, ਜਿਹੜੀ ਅਮਰੀਕਾ ਤੇ ਕੈਨੇਡਾ ਵਿਚਕਾਰ ਆਉਂਦੀ ਹੈ, ਜਿਹਨੂੰ ਸੰਸਾਰ ਦੀ ਸਭ ਤੋਂ ਸ਼ਾਂਤ ਰੇਖਾ ਜਿਹੜਾ ਕਿਹਾ ਜਾਂਦਾ ਹੈ। ਫਿਰ 20 ਡਿਗਰੀ ਸਮਾਨਾਂਤਰ ਅਕਸ਼ਾਂਸ਼ ਆਉਂਦੀ ਹੈ, ਜੋ ਪਾਕਿਸਤਾਨ ਦੁਆਰਾ ਭਾਰਤੀ ਸੀਮਾ ਮੰਨੀ ਜਾਣ ਵਾਲੀ ਰੇਖਾ ਹੈ, ਪਰ ਇਹ ਮਨਜ਼ੂਰ ਨਹੀਂ ਹੈ। 38ਵੀਂ ਸਮਾਨਾਂਤਰ ਅਕਸ਼ਾਂਸ਼ ਰੇਖਾ ਆਉਂਦੀ ਹੈ, ਜਿਹੜੀ ਉੱਤਰੀ ਕੋਰੀਆ ਦੱਖਣੀ ਕੋਰੀਆ ਵਿਚਕਾਰ ਹੈ। 70ਵੀਂ ਸਮਾਨਾਂਤਰ ਆਉਂਦੀ ਹੈ, ਜਿਹੜੀ ਉੱਤਰੀ ਬਿਆਨਤਮ ਤੇ ਦੱਖਣੀ ਬਿਆਨਤਮ ਦੇ ਵਿਚਕਾਰ ਹੈ। ਹਿੰਡਨਬਰਗ ਰੇਖਾ ਜਰਮਨੀ ਤੇ ਪੋਲੈਂਡ ਵਿਚਕਾਰ ਹੈ। ਸੋ ਇਹਨਾਂ ਰੇਖਾਵਾਂ ਤੇ ਕਿਤੋਂ ਵੀ ਪੁੱਛਿਆ ਜਾਂਦਾ, ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਭਾਰਤ ਤੇ ਚੀਨ ਹੈ, ਪਾਕਿਸਤਾਨ ਤੇ ਭਾਰਤ ਹੈ, ਜਾਂ ਡੁਰੰਡ ਰੇਖਾ ਅਕਸਰ ਪੁੱਛ ਲਿਆ ਜਾਂਦਾ ਹੈ। ਸੋ ਇਹ ਤਿੰਨ ਮੇਨ ਜ਼ਰੂਰ ਯਾਦ ਰੱਖਿਓ। ਤਾਂ ਮੈਕਮੋਹਨ ਰੇਖਾ ਜਿਹੜੀ ਭਾਰਤ ਤੇ ਚੀਨ ਨੂੰ ਆਪਸ ਦੇ ਵਿੱਚ ਜੋੜਦੀ ਹੈ। ਅਗਲਾ ਪ੍ਰਸ਼ਨ ਹੈ UNO ਡੇ ਕਦੋਂ ਮਨਾਇਆ ਜਾਂਦਾ ਹੈ? ਦਿਵਸ 'ਤੇ ਅਕਸਰ ਕੁਐਸਚਨ ਆਉਂਦੇ ਹੈ। 27 ਫਰਵਰੀ, 24 ਅਕਤੂਬਰ, 4 ਫਰਵਰੀ ਜਾਂ 21 ਅਗਸਤ ਨੂੰ। ਤਾਂ UNO ਡੇ ਹੈ ਜਿਹੜਾ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। UNO ਦੀ ਫੁੱਲ ਫਾਰਮ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹੈ ਅਤੇ 24 ਅਕਤੂਬਰ 1945 ਨੂੰ ਇਹਦਾ ਜਨਮ ਹੋਇਆ ਸੀ ਅਤੇ 1948 ਤੋਂ ਇਸ ਦੇ ਜਨਮ ਦਿਨ 'ਤੇ ਹਰ ਸਾਲ ਇਹ ਦਿਵਸ ਹੈ ਜਿਹੜਾ ਮਨਾਇਆ ਜਾਂਦਾ ਹੈ। ਸੋ ਜਨਮ ਬਾਰੇ ਪੁੱਛ ਲਿਆ ਜਾਂਦਾ ਹੈ। 24 ਅਕਤੂਬਰ ਤਾਂ ਆਪਾਂ ਟਿੱਕੇ ਦੇ ਵਿੱਚ ਲਗਾਤੀ, 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਨਾਲ ਈਅਰ ਵੀ ਯਾਦ ਰੱਖ ਲਿਓ 1945। ਇਹਦੀ ਫੁੱਲ ਫਾਰਮ ਵੀ ਯਾਦ ਰੱਖ ਲਿਓ, ਕਈ ਵਾਰ ਫੁੱਲ ਫਾਰਮ ਪੁੱਛ ਲਿਆ ਜਾਂਦਾ ਹੈ, ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ। ਤਾਂ 24 ਅਕਤੂਬਰ ਨੂੰ UNO ਡੇ ਹੈ ਜਿਹੜਾ ਮਨਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਸੰਘ ਦੀ ਮਾਨਤਾ ਪ੍ਰਾਪਤ ਭਾਸ਼ਾ ਕਿਹੜੀ ਹੈ? ਅੰਗਰੇਜ਼ੀ ਤੇ ਸਪੈਨਿਸ਼, ਚੀਨੀ ਤੇ ਰੂਸੀ, ਅਰਬੀ ਤੇ ਫਰੈਂਚ ਜਾਂ ਉਪਰੋਕਤ ਸਾਰੀਆਂ। ਤਾਂ ਸੰਯੁਕਤ ਰਾਸ਼ਟਰ ਸੰਘ ਦੀ ਜਿਹੜੀ ਮਾਨਤਾ ਪ੍ਰਾਪਤ ਭਾਸ਼ਾ ਹੈ ਉਹ ਉਪਰੋਕਤ ਸਾਰੀਆਂ ਨੇ, ਜਿਹਦੇ ਵਿੱਚ ਅੰਗਰੇਜ਼ੀ ਤੇ ਸਪੈਨਿਸ਼ ਆ ਗਈ, ਚੀਨੀ ਤੇ ਰੂਸੀ ਆ ਗਈ, ਅਰਬੀ ਤੇ ਫਰੈਂਚ ਆ ਗਈ। ਇਸ ਤੋਂ ਇਲਾਵਾ ਗਿਣਤੀ ਦੇ ਵਿੱਚ ਜਿਹੜੀਆਂ 6 ਭਾਸ਼ਾਵਾਂ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਜਿਹੜਾ ਦਿੱਤਾ ਗਿਆ ਹੈ UNO ਵੱਲੋਂ, ਉਸਦੇ 6 ਅੰਗਾਂ ਦੀ ਉਪਰੋਕਤ ਜਿਹੜੀ 6 ਭਾਸ਼ਾਵਾਂ ਨੂੰ ਜੋ ਦਫ਼ਤਰੀ ਭਾਸ਼ਾ ਹੈ, ਦਫ਼ਤਰੀ ਲੈਂਗੁਏਜ ਹੈ, ਇਹਦਾ ਦਰਜਾ ਜਿਹੜਾ ਦਿੱਤਾ ਗਿਆ। ਤਾਂ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਸੋ ਹੋ ਸਕਦਾ ਇਹਦੇ ਵਿੱਚੋਂ ਇੱਕ ਅੱਧੀ ਆਪਸ਼ਨ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਗਲਤ ਪਾ ਦਿੱਤੀ ਜਾਵੇ, ਤਾਂ ਆਪਸ਼ਨ ਦੇ ਹਿਸਾਬ ਨਾਲ ਤੁਸੀਂ ਟਿਕ ਕਰਨਾ ਹੈ। ਇਹ ਲੈਂਗੁਏਜ ਜ਼ਰੂਰ ਯਾਦ ਕਰ ਲਿਓ ਜੋ ਸੰਯੁਕਤ ਰਾਸ਼ਟਰ ਦੀਆਂ ਭਾਸ਼ਾਵਾਂ ਨੇ। ਅਗਲਾ ਪ੍ਰਸ਼ਨ ਹੈ ਏਡਜ਼ ਦਾ ਰੋਗ ਹੁੰਦਾ ਹੈ। ਏਡਜ਼ ਦਾ ਰੋਗ ਕਿਸ ਤਰ੍ਹਾਂ ਹੁੰਦਾ ਹੈ, ਕਿਸ ਤਰ੍ਹਾਂ ਇਹ ਫੈਲਦਾ ਹੈ? ਜੀਵਾਣੂਆਂ ਨਾਲ, ਵਿਸ਼ਾਣੂਆਂ ਨਾਲ, ਉਪਰੋਕਤ ਦੋਨੋਂ ਜਾਂ ਫਿਰ ਕਣਕ ਨਾਲ। ਤਾਂ ਜੋ ਏਡਜ਼ ਦਾ ਰੋਗ ਹੁੰਦਾ ਹੈ ਉਹ ਵਿਸ਼ਾਣੂਆਂ ਨਾਲ ਹੁੰਦਾ ਹੈ। ਆਪਸ਼ਨ ਆੜਾ ਰਾਈਟ ਆਨਸਰ ਬਣੇਗਾ। ਸੋ ਇਹ ਰੋਗ ਸੀਗਾ ਜਿਹੜਾ ਸਭ ਤੋਂ ਪਹਿਲਾਂ ਅਫਰੀਕਾ ਦੇ ਬਾਂਦਰਾਂ ਦੇ ਵਿੱਚ ਉਤਪੰਨ ਹੋਇਆ ਸੀ। ਇਹ ਰੋਗ ਹਿਊਮਨ ਇਮਿਊਨੋ ਡੈਫੀਸ਼ੈਂਸੀ ਵਾਇਰਸ ਦੁਆਰਾ ਹੁੰਦਾ ਹੈ। HIV ਦੀ ਸਭ ਤੋਂ ਪਹਿਲਾਂ ਪਹਿਚਾਣ ਸੀ ਜਿਹੜੀ 1981 ਦੇ ਵਿੱਚ ਅਮਰੀਕਾ ਦੇ ਵਿੱਚ ਹੋਈ ਸੀ ਅਤੇ ਭਾਰਤ ਨੂੰ ਏਡਜ਼ ਦੀ ਵਰਲਡ ਕੈਪੀਟਲ ਹੈ ਜਿਹੜਾ ਉਹ ਵੀ ਕਿਹਾ ਜਾਂਦਾ ਹੈ। ਭਾਰਤ ਨੇ ਜਿਹੜਾ 1987 ਵਿੱਚ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ ਸੀ ਜਿਹੜਾ ਉਹ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਜੀਵਾਣੂਆਂ ਰਾਹੀਂ ਜਿਹੜੇ ਰੋਗ ਹੁੰਦੇ ਆ, ਜਿਹਨੂੰ ਆਪਾਂ ਬੈਕਟੀਰੀਆ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਤਾਂ ਹੈਜਾ, ਟਾਈਫਾਈਡ, ਤਪੈਦਿਕ, ਕੁਸ਼ਟ ਰੋਗ, ਕਾਲੀ ਖਾਂਸੀ, ਪਲੇਗ, ਨਮੂਨੀਆ, ਪੀਲੀਆ, ਫੋੜਾ ਫੁੰਸੀਆ ਹੋਣਾ ਅਤੇ ਵਿਸ਼ਾਣੂਆਂ ਰਾਹੀਂ ਜਿਵੇਂ ਏਡਜ਼ ਆ ਗਿਆ, ਡੇਂਗੂ ਬੁਖਾਰ ਆ ਗਿਆ, ਪੋਲੀਓ ਆ ਗਿਆ, ਚੇਚਕ ਆ ਗਿਆ, ਮਾਤਾ ਨਿਕਲਣਾ ਹੋ ਗਈ, ਖਸਰਾ ਹੋ ਗਿਆ, ਰੈਬੀਜ਼ ਹੋ ਗਿਆ, ਦਮਾ ਹੋ ਗਿਆ, ਕਨਫਿਡ ਹੋ ਗਿਆ ਅਤੇ ਟ੍ਰੋਕੋਮਾ। ਤਾਂ ਇਹ ਸਾਰੇ ਰੋਗ ਆ ਜਿਹੜੇ ਵਿਸ਼ਾਣੂ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵਾਇਰਸ ਕਹਿੰਦੇ ਆ, ਇਹ ਵਾਇਰਸ ਰਾਹੀਂ ਫੈਲਦੇ ਆ। ਵਿਸ਼ਾਣੂ ਅਤੇ ਜੀਵਾਣੂ ਇਹਨਾਂ ਨਾਲ ਅਲੱਗ-ਅਲੱਗ ਜਿਹੜੇ ਰੋਗ ਆ ਜਿਹੜੇ ਫੈਲਦੇ ਆ। ਤਾਂ ਏਡਜ਼ ਦਾ ਰੋਗ ਆ ਜਿਹੜਾ ਇਹ ਵਿਸ਼ਾਣੂਆਂ ਵਾਇਰਸ ਰਾਹੀਂ ਆ ਗਿਆ, ਵਿਸ਼ਾਣੂ ਰਾਹੀਂ ਹੁੰਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤ ਦਾ ਪਹਿਲਾ ਅਖਬਾਰ ਕਿਹੜਾ ਸੀ? ਬੰਗਾਲ ਗਜ਼ਟ, ਸੋਮ ਪ੍ਰਕਾਸ਼, ਨਵਜੀਵਨ ਜਾਂ ਤਰਾਨੇ ਹਿੰਦ।
ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਭਾਰਤ ਦਾ ਪਹਿਲਾ ਜਿਹੜਾ ਅਖਬਾਰ ਸੀਗਾ ਉਹ ਬੰਗਾਲ ਗੈਜਟ ਸੀਗਾ। ਜੇਮਜ਼ ਹਿੱਕੀ ਦੁਆਰਾ 1780 ਦੇ ਵਿੱਚ ਪਹਿਲੀ ਵਾਰ ਇਹ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਅੰਗਰੇਜ਼ੀ ਭਾਸ਼ਾ ਦਾ ਇਹ ਅਖਬਾਰ ਸੀ। ਇਸ ਤੋਂ ਬਾਅਦ 1826 ਭਾਰਤ ਦਾ ਪਹਿਲਾ ਹਿੰਦੀ ਅਖਬਾਰ ਸੀ ਜਿਹੜਾ ਉਡਮਨ ਮਾਰਕੰਡ ਸੀ, ਜਿਹੜਾ ਕਲਕੱਤਾ ਤੋਂ ਸ਼੍ਰੀਧਰ ਸ਼ੁਕਲਾ ਦੁਆਰਾ ਸੰਪਾਦਿਤ ਕੀਤਾ ਗਿਆ ਸੀ। ਫਿਰ ਸੀ ਜਿਹੜਾ ਪਹਿਲਾ ਪੰਜਾਬੀ ਅਖਬਾਰ 1880 ਦੇ ਵਿੱਚ ਆਇਆ ਸੀਗਾ, ਗੁਰਮੁਖੀ ਸੀ, ਜੋ ਸਰਦਾਰ ਗੁਰਮੁਖ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਸੀ। ਸੋ ਹਿੰਦੀ, ਪੰਜਾਬੀ ਅਤੇ ਇੰਗਲਿਸ਼। ਸੋ ਪਹਿਲਾ ਅਖਬਾਰ ਵੀ ਪੁੱਛਿਆ ਜਾ ਸਕਦਾ ਹੈ, ਪੰਜਾਬੀ ਵੀ ਪੁੱਛਿਆ ਜਾ ਸਕਦਾ ਹੈ ਅਤੇ ਹਿੰਦੀ ਵੀ ਪੁੱਛਿਆ ਜਾ ਸਕਦਾ ਹੈ। ਤਾਂ ਜ਼ਰੂਰ ਇਹ ਨਾਲ ਦੀ ਨਾਲ ਨੋਟ ਕਰਦੇ ਜਾਇਓ। ਦੁਬਾਰਾ ਰਿਪੀਟ ਕਰ ਦਿੰਦੇ ਹਾਂ। ਪਹਿਲਾ ਅਖਬਾਰ ਸੀ ਜਿਹੜਾ ਬੰਗਾਲ ਗੈਜਟ ਸੀਗਾ, ਜੋ 1780 ਦੇ ਵਿੱਚ ਜੇਮਜ਼ ਏ ਹਿੱਕੀ ਦੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਅੰਗਰੇਜ਼ੀ ਭਾਸ਼ਾ ਦਾ ਇਹ ਅਖਬਾਰ ਸੀਗਾ। ਹਿੰਦੀ ਅਖਬਾਰ ਸੀਗਾ ਉਡਮਨ ਮਾਰਕੰਡ 1826 ਈਸਵੀ ਦੇ ਵਿੱਚ, ਜਿਹੜਾ ਕਲਕੱਤਾ ਤੋਂ ਸ਼੍ਰੀਧਰ ਸ਼ੁਕਲਾ ਦੇ ਦੁਆਰਾ ਸੰਪਾਦਿਤ ਕੀਤਾ ਗਿਆ ਸੀ। ਪੰਜਾਬੀ ਅਖਬਾਰ ਆਇਆ ਸੀਗਾ 1880 ਦੇ ਵਿੱਚ, ਗੁਰਮੁਖੀ ਵਿੱਚ ਸੀਗਾ, ਜਿਹੜਾ ਸਰਦਾਰ ਗੁਰਮੁਖ ਸਿੰਘ ਦੁਆਰਾ ਸੰਪਾਦਿਤ ਹੈ ਜਿਹੜਾ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਸੂਰਜੀ ਪਰਿਵਾਰ ਦੇ ਵਿੱਚ 8 ਗ੍ਰਹਿ ਨੇ, ਇਹਨਾਂ ਦੇ ਨਾਂ ਕਿਸ ਦੇ ਆਧਾਰ 'ਤੇ ਜਿਹੜੇ ਰੱਖੇ ਗਏ ਨੇ? ਖੋਜ ਵਿਗਿਆਨੀਆਂ ਦੇ, ਈਰਾਨੀ ਦੇਵੀ ਦੇਵਤਿਆਂ ਦੇ, ਜਾਂ ਕੋਈ ਨਹੀਂ, ਜਾਂ ਯੂਨਾਨੀ ਦੇਵੀ ਦੇਵਤਿਆਂ ਦੇ। ਤਾਂ ਜੋ ਸੂਰਜੀ ਪਰਿਵਾਰ ਦੇ ਵਿੱਚ ਗ੍ਰਹਿ ਨੇ, ਇਹਨਾਂ ਦੇ ਜਿਹੜੇ ਨਾਮ ਹੈ ਉਹ ਯੂਨਾਨੀ ਦੇਵੀ ਦੇਵਤਿਆਂ ਦੇ ਨਾਮ 'ਤੇ ਰੱਖੇ ਗਏ ਨੇ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਜਿਵੇਂ ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ, ਬ੍ਰਹਿਸਪਤੀ, ਸ਼ਨੀ ਗ੍ਰਹਿਆਂ ਬਾਰੇ ਪ੍ਰਾਚੀਨ ਕਾਲ ਤੋਂ ਜਾਣਕਾਰੀ ਸੀ। ਬਾਕੀ ਗ੍ਰਹਿ ਨੂੰ ਟੈਲੀਸਕੋਪ ਦੀ ਮਦਦ ਨਾਲ ਖੋਜਿਆ ਗਿਆ। ਇਸ ਤੋਂ ਇਲਾਵਾ ਇੱਕ ਗ੍ਰਹਿ ਅਰੁਣ ਗ੍ਰਹਿ ਹੈ, ਜਿਹਨੂੰ ਆਧੁਨਿਕ ਗ੍ਰਹਿ ਵੀ ਕਿਹਾ ਜਾਂਦਾ ਹੈ। ਸੋ ਹੋ ਸਕਦਾ ਕਨਫਿਊਜ਼ ਕਰਨ ਵਾਸਤੇ ਤੁਹਾਨੂੰ ਇਹ ਪ੍ਰਸ਼ਨ ਪਾ ਦਿੱਤਾ ਜਾਵੇ ਕਿ ਆਧੁਨਿਕ ਗ੍ਰਹਿ ਦੀ ਪਹਿਚਾਣ ਕਰੋ। ਨੀਚੇ 4 ਆਪਸ਼ਨ ਦੇ ਦੇਣ, ਇੱਕ ਆਪਸ਼ਨ ਵਿੱਚ ਅਰੁਣ ਗ੍ਰਹਿ ਦੀ ਆਪਸ਼ਨ ਆ ਜਾਏਗੀ। ਤਾਂ ਅਰੁਣ ਗ੍ਰਹਿ ਨੂੰ ਹੈ ਜਿਹੜਾ ਆਧੁਨਿਕ ਗ੍ਰਹਿ ਜਿਹੜਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਪ੍ਰਿਥਵੀ ਸੂਰਜ ਦੁਆਲੇ ਘੁੰਮਣ ਨਾਲ ਕੀ ਹੁੰਦਾ ਹੈ? ਜੋ ਪ੍ਰਿਥਵੀ ਜਿਹੜੀ ਧਰਤੀ ਹੈ ਸੂਰਜ ਦੁਆਲੇ ਘੁੰਮਦੀ ਹੈ। ਰੁੱਤਾਂ 'ਚ ਬਦਲਾਵ ਹੁੰਦਾ ਹੈ, ਦਿਨ ਰਾਤ ਦੀ ਅਵਧੀ ਵਿੱਚ ਫਰਕ, ਲੀਪ ਦਾ ਸਾਲ, ਜਾਂ ਉਪਰੋਕਤ ਸਾਰੇ। ਤਾਂ ਧਰਤੀ ਸੂਰਜ ਦੁਆਲੇ ਘੁੰਮਣ ਨਾਲ ਹੈ ਉਪਰੋਕਤ ਸਾਰੀਆਂ ਐਕਟੀਵਿਟੀ ਹੁੰਦੀਆਂ ਨੇ। ਰੁੱਤਾਂ ਦੇ ਵਿੱਚ ਬਦਲਾਅ ਵੀ ਆਉਂਦਾ ਹੈ, ਦਿਨ ਰਾਤ ਦੀ ਅਵਧੀ ਵਿੱਚ ਫਰਕ ਵੀ ਆਉਂਦਾ ਹੈ ਅਤੇ ਲੀਪ ਦਾ ਸਾਲ ਵੀ ਹੁੰਦਾ ਹੈ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਇਸ ਤੋਂ ਇਲਾਵਾ ਪ੍ਰਿਥਵੀ ਦੀਆਂ 2 ਗਤੀਆਂ ਨੇ। ਇੱਕ ਜਦੋਂ ਇਹ ਸੂਰਜ ਦੁਆਲੇ ਘੁੰਮਦੀ ਹੈ ਤਾਂ ਉਸ ਨੂੰ ਵਾਰਸ਼ਿਕ ਗਤੀ ਕਿਹਾ ਜਾਂਦਾ ਹੈ। ਇਹਦੇ ਨਾਲ ਉਪਰੋਕਤ ਕਿਰਿਆਵਾਂ ਨੇ ਜਿਹੜੀਆਂ ਹੁੰਦੀਆਂ ਨੇ। ਤਾਂ ਦੂਸਰੀ ਗਤੀ ਹੁੰਦੀ ਜਿਹੜੀ ਪ੍ਰਿਥਵੀ ਦੀ, ਉਹ ਦੈਨਿਕ ਗਤੀ ਹੁੰਦੀ ਹੈ, ਜਿਹੜੀ ਆਪਣੀ ਧੁਰੀ ਦੁਆਲੇ ਘੁੰਮਣ ਕਾਰਨ ਹੁੰਦੀ ਹੈ। ਇਹਦੇ ਨਾਲ ਜਿਹੜੇ ਦਿਨ ਅਤੇ ਰਾਤ ਬਣਦੇ ਨੇ। ਦੈਨਿਕ ਗਤੀ ਨਾਲ ਦਿਨ ਅਤੇ ਰਾਤ ਬਣਦੇ ਨੇ। ਸੋ ਪ੍ਰਿਥਵੀ ਦੀਆਂ 2 ਗਤੀਆਂ ਨੇ ਜਿਹੜੀਆਂ ਹੁੰਦੀਆਂ ਨੇ, ਅਤੇ ਜਿਹੜੀ ਵਾਰਸ਼ਿਕ ਗਤੀ ਹੈ ਤਾਂ ਇਹਦੇ ਨਾਲ ਉਪਰੋਕਤ ਕਿਰਿਆਵਾਂ ਨੇ ਜਿਹੜੀਆਂ ਹੁੰਦੀਆਂ ਨੇ। ਅਗਲਾ ਪ੍ਰਸ਼ਨ ਹੈ, ਭਾਰਤ ਦੀ ਰਾਸ਼ਟਰੀ ਨਦੀ ਗੰਗਾ ਕਿਸ ਨਾਲ ਮਿਲ ਕੇ ਜਿਹੜੀ ਬਣਦੀ ਹੈ? ਭਾਰਤ ਦੀ ਰਾਸ਼ਟਰੀ ਨਦੀ ਜਿਹੜੀ ਹੈ ਤਾਂ ਗੰਗਾ ਕਿਸ ਨਾਲ ਮਿਲ ਕੇ ਬਣਦੀ ਹੈ ਦੱਸਣਾ। ਭਾਗੀਰਥ ਨਾਲ, ਅਲਕਾਨੰਦਾ ਨਦੀ, ਜਮਨਾ ਨਦੀ, ਜਾਂ ਆਪਸ਼ਨ ਊੜਾ ਤੇ ਆੜਾ। ਤਾਂ ਭਾਰਤ ਦੀ ਜਿਹੜੀ ਰਾਸ਼ਟਰੀ ਨਦੀ ਹੈ ਇਹ ਭਾਗੀਰਥੀ ਨਦੀ ਅਤੇ ਅਲਕਾਨੰਦਾ ਨਦੀ ਤੋਂ ਮਿਲ ਕੇ ਜਿਹੜੀ ਬਣਦੀ ਹੈ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਇਹਦਾ ਜਨਮ ਸਥਲ ਹੈ ਜਿਹੜਾ ਉਹ ਗੰਗੋਤਰੀ ਹੈ ਅਤੇ ਇਹ ਸਥਾਨ ਜਿਹੜਾ ਉੱਤਰਾਖੰਡ ਦੇ ਵਿੱਚ ਹੈ। ਭਾਗੀਰਥੀ ਤੇ ਅਲਕਨੰਦਾ ਦਾ ਸੰਗਮ ਹੈ ਜਿਹੜਾ ਉਹ ਦੇਵ ਪ੍ਰਯਾਗ ਆ। ਦੇਵ ਪ੍ਰਯਾਗ ਤੋਂ ਬਾਅਦ ਇਸ ਨੂੰ ਗੰਗਾ ਜਿਹੜਾ ਕਿਹਾ ਜਾਂਦਾ ਹੈ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਸ ਨੂੰ ਸੰਸਦ ਦਾ ਮੈਂਬਰ ਬਣੇ ਬਿਨਾਂ ਇਹਦੇ ਦੋਨੋਂ ਸਾਧਨਾਂ 'ਚ ਬੋਲਣ ਤੇ ਮੀਟਿੰਗ ਵਿੱਚ ਭਾਗ ਲੈਣ ਦਾ ਅਧਿਕਾਰ ਹੈ? ਰਾਸ਼ਟਰਪਤੀ ਨੂੰ, ਉਪ ਰਾਸ਼ਟਰਪਤੀ ਨੂੰ, ਸਰਵਉੱਚ ਅਦਾਲਤ ਨੂੰ, ਜਾਂ ਮਹਾਨਿਆਂਵਾਦੀ ਨੂੰ? ਤਾਂ ਸੰਸਦ ਦਾ ਮੈਂਬਰ ਬਣੇ ਬਿਨਾਂ ਦੋਨਾਂ ਸਾਧਨਾਂ ਦੇ ਵਿੱਚ ਬੋਲਣ ਤੇ ਮੀਟਿੰਗ ਵਿੱਚ ਭਾਗ ਲੈਣ ਦਾ ਅਧਿਕਾਰ ਹੁੰਦਾ ਜਿਹੜਾ ਉਹ ਮਹਾਨਿਆਂਵਾਦੀ ਨੂੰ ਹੁੰਦਾ ਹੈ। ਆਪਸ਼ਨ ਸੱਸਾ। ਮਹਾਨਿਆਂਵਾਦੀ ਜਿਹੜਾ ਭਾਰਤ ਦਾ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਹੈ। ਇਹਦੀ ਨਿਯੁਕਤੀ ਹੈ ਜਿਹੜੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ
ਅਤੇ ਸੰਸਦ ਦੀਆਂ ਬੈਠਕਾਂ 'ਚ ਭਾਗ ਲੈ ਸਕਦਾ ਹੈ, ਪਰ ਇਸ ਨੂੰ ਸੰਸਦ ਵਿੱਚ ਵੋਟ ਦੇਣ ਦਾ ਅਧਿਕਾਰ ਨਹੀਂ ਹੁੰਦਾ। ਰਾਜ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ ਸੁਣਵਾਈ ਕਰਨ ਦਾ ਅਧਿਕਾਰ ਹੁੰਦਾ ਹੈ। ਇਸ ਦੀਆਂ ਯੋਗਤਾਵਾਂ ਸਰਵਉੱਚ ਅਦਾਲਤ ਦੇ ਜੱਜ ਬਣਨ ਦੇ ਬਰਾਬਰ ਹੈ ਜਿਹੜੀਆਂ ਹੁੰਦੀਆਂ ਨੇ। ਤਾਂ ਮਹਾਨਿਆਵਾਦੀ ਹੈ ਜਿਹੜਾ ਸੰਸਦ ਦਾ ਮੈਂਬਰ ਬਣੇ ਬਿਨਾਂ ਦੋਨਾਂ ਸਦਨਾਂ 'ਚ ਬੋਲਣ ਤੇ ਮੀਟਿੰਗ ਵਿੱਚ ਭਾਗ ਲੈਣ ਦਾ ਅਧਿਕਾਰ ਰੱਖਦਾ ਹੈ, ਪਰ ਵੋਟ ਪਾਉਣ ਦਾ ਇਹਨੂੰ ਅਧਿਕਾਰ ਨਹੀਂ ਹੁੰਦਾ। ਯੋਗਤਾਵਾਂ ਇਹਦੀਆਂ ਜਿਹੜੀਆਂ ਜੋ ਸਰਵਉੱਚ ਅਦਾਲਤ ਦਾ ਜੱਜ ਹੁੰਦਾ ਹੈ ਸੇਮ ਹੁੰਦੀਆਂ ਨੇ। ਜੱਜ ਦੇ ਬਣਨ ਦੇ ਬਰਾਬਰ ਦੀ ਯੋਗਤਾ ਜਿਹੜੀ ਮਹਾਨਿਆਵਾਦੀ ਦੀ ਹੁੰਦੀ ਹੈ। ਤਾਂ ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ਾਕ ਮੁਨੀ ਕਿਸ ਨੂੰ ਕਿਹਾ ਗਿਆ? ਮਹਾਤਮਾ ਬੁੱਧ ਨੂੰ, ਮਹਾਵੀਰ ਸਵਾਮੀ ਨੂੰ, ਅਸ਼ੋਕ ਨੂੰ ਜਾਂ ਰਿਸ਼ੀ ਵੇਦ ਵਿਆਸ ਨੂੰ? ਤਾਂ ਸ਼ਾਕ ਮੁਨੀ ਹੈ ਜਿਹੜਾ ਮਹਾਤਮਾ ਬੁੱਧ ਨੂੰ ਕਿਹਾ ਜਾਂਦਾ ਹੈ। ਸ਼ਾਕ ਵੰਸ਼ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਨੂੰ ਸ਼ਾਕ ਮੁਨੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਹਿਊਨ-ਸਾਂਗ ਚੀਨੀ ਯਾਤਰੀ ਨੂੰ ਵੀ ਸ਼ਾਕ ਮੁਨੀ ਹੈ ਜਿਹੜਾ ਕਿਹਾ ਜਾਂਦਾ ਹੈ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ, ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਸੋ ਮਿਕਸ ਜੀਕੇ ਦੀ ਕਲਾਸ ਆਪਾਂ ਸਟਾਰਟ ਕਰੀ ਹੋਈ ਹੈ। ਇਹਦੇ ਵਿੱਚ ਸਾਰੇ ਕੁਐਸਚਨ ਤੁਹਾਨੂੰ ਪ੍ਰੋਵਾਈਡ ਹੈ ਜਿਹੜੇ ਕੀਤੇ ਜਾਣਗੇ ਪੰਜਾਬ ਦੇ ਵਿੱਚ ਆਉਣ ਵਾਲੇ ਐਗਜ਼ਾਮ ਲਈ, ਕਿਉਂਕਿ ਆਏ ਦਿਨ ਵੈਕੈਂਸੀਆਂ ਨੂੰ ਲੈ ਕੇ ਨੋਟੀਫਿਕੇਸ਼ਨ ਹੈ ਜਿਹੜੇ ਆਊਟ ਹੋ ਰਹੇ ਨੇ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ।